ਹਾਂਜੀ ਆਪਾਂ ਸੈਕਿੰਡ ਚੈਪਟਰ ਕਰ ਰਹੇ ਸੀ ਦ ਟਾਈਗਰ ਇਨ ਦਾ ਟਨਲ ਸੈਕਸ਼ਨ ਸੀ ਦਾ। ਉਹਨੂੰ ਅੱਜ ਆਪਾਂ ਪੇਜ ਨੰਬਰ 137 ਤੇ ਕੰਟੀਨਿਊ ਕਰ ਰਹੇ ਹਾਂ। ਬਿਲਡਿਊ ਹਾਊਐਵਰ ਵਾਜ਼ ਰੈਡੀ ਵਿਦ ਅ ਮਾਰਬਲਸਲੀ agile leap. He avoided the paw and brought his axe down on the animal's shoulder. ਹਾਂਜੀ ਆਪਾਂ ਰੀਡ ਕਰ ਰਹੇ ਸੀ ਕਿ ਜੋ ਟਾਈਗਰ ਹੈ ਉਹ ਬੈਲਡਿਊ ਦੇ ਸਾਹਮਣੇ ਆ ਚੁੱਕਿਆ ਹੈ ਔਰ ਬੈਲਡਿਊ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਬੈਲਡਿਊ ਪੂਰੀ ਤਰ੍ਹਾਂ ਤਿਆਰ ਸੀ, ਬਹੁਤ ਹੀ ਜ਼ਿਆਦਾ ਐਨਰਜੀ ਦੇ ਨਾਲ ਐਜ਼ਾਈਲ ਹੁੰਦਾ ਹੈ, ਬਹੁਤ ਜ਼ਿਆਦਾ ਐਨਰਜੀ ਹੋਣਾ। ਉਹਨੇ ਜੰਪ ਕੀਤਾ ਔਰ ਜੋ ਟਾਈਗਰ ਉਹਦੇ ਉੱਪਰ ਆਪਣੇ ਰਾਈਟ ਪਾ ਦੇ ਨਾਲ ਅਟੈਕ ਕਰ ਰਿਹਾ ਸੀ, ਪੰਜੇ ਨਾਲ ਅਟੈਕ ਕਰ ਰਿਹਾ ਸੀ, ਉਸਨੇ ਉਸ ਪੰਜੇ ਨੂੰ ਅਵੋਇਡ ਕੀਤਾ। ਐਂਡ ਬਰਾਊਟ ਇਜ਼ ਏਕਸ ਡਾਊਨ, ਉਹਨੇ ਆਪਣੀ ਕੁਹਾੜੀ ਨੂੰ ਨੀਚੇ ਕੀਤਾ ਔਨ ਐਨੀਮਲਸ ਸ਼ੋਲਡਰ, ਉਸ ਐਨੀਮਲ ਦੇ ਸ਼ੋਲਡਰ 'ਤੇ ਅਟੈਕ ਕੀਤਾ। ਦ ਟਾਈਗਰ ਗੇਵ ਅ ਰੋਅਰ, ਟਾਈਗਰ ਗਰਜਿਆ। ਐਂਡ ਅਟੈਂਪਟਡ ਟੂ ਕਲੋਜ਼ ਇਨ, ਔਰ ਬਲਡੇਊ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ। ਅਗੇਨ ਬਲਡੇਊ ਡਰੋਪ ਇਜ਼ ਏਕਸ ਵਿਦ ਟਰੂ ਏਮ, ਤਾਂ ਦੁਬਾਰਾ ਤੋਂ ਬਲਡੇਊ ਨੇ ਇੱਕ ਨਿਸ਼ਾਨਾ ਬਣਾਇਆ ਆਪਣੀ ਕੁਹਾੜੀ ਦੇ ਨਾਲ। ਬਟ ਟੂ ਹਿਜ਼ ਹੌਰਰ ਦ ਬੀਸਟ ਸੋਅਰਡ, ਪਰ ਜਿਸ ਤਰ੍ਹਾਂ ਉਹਨੂੰ ਡਰ ਸੀ, ਬੀਸਟ ਮੀਨਸ ਐਨੀਮਲ, ਐਨੀਮਲ ਨੇ ਆਪਣੀ ਡਾਇਰੈਕਸ਼ਨ ਚੇਂਜ ਕੀਤੀ। ਐਂਡ ਦ ਏਕਸ ਕੌਟ ਦਾ ਟਾਈਗਰ ਔਨ ਦਾ ਸ਼ੋਲਡਰ, ਔਰ ਉਹ ਵਾਲੀ ਕੁਹਾੜੀ ਟਾਈਗਰ ਦੇ ਸ਼ੋਲਡਰ 'ਤੇ ਲੱਗੀ। ਆਲਮੋਸਟ ਸੈਬਰਿੰਗ ਦਾ ਲੈਗ, ਔਰ ਉਸ ਐਨੀਮਲ ਦੀ ਜੋ ਲੈਗ ਸੀ ਉਹ ਲਗਭਗ ਕੱਟੀ ਜਾ ਚੁੱਕੀ ਸੀ। ਟੂ ਮੇਕ ਮੈਟਰਸ ਵਰਸ ਦ ਏਕਸ ਰਿਮੇਨ ਸਟਕ ਇਨ ਦਾ ਬੋਨ ਐਂਡ ਬਲਡੇਊ ਵਾਜ਼ ਲੈਫਟ ਵਿਦਾਊਟ ਅ ਵੈਪਨ। ਔਰ ਮੈਟਰ ਨੂੰ ਹੋਰ ਜ਼ਿਆਦਾ ਵਰਸ ਬਣਾਉਣ ਦੇ ਲਈ, ਕੰਡੀਸ਼ਨਸ ਨੂੰ ਹੋਰ ਜ਼ਿਆਦਾ ਬੁਰੀਆਂ ਬਣਾਉਣ ਦੇ ਲਈ ਕੀ ਹੋਇਆ, ਜੋ ਏਕਸ ਸੀ ਉਹ ਐਨੀਮਲ ਦੀ ਬੋਨ ਦੇ ਵਿੱਚ, ਹੱਡੀ ਦੇ ਵਿੱਚ ਅਟਕ ਗਈ। ਔਰ ਹੁਣ ਬੈਲਡੇਊ ਦੇ ਕੋਲ ਜੋ ਸਿਰਫ ਇੱਕ ਹੀ ਵਾਪਨ ਸੀ ਉਹ ਵੀ ਉਹਦੇ ਹੱਥੋਂ ਚਲਾ ਗਿਆ ਔਰ ਉਹ ਹਥਿਆਰ ਤੋਂ ਬਿਨਾਂ ਹੀ ਰਹਿ ਗਿਆ। ਦ ਟਾਈਗਰ ਰੋਅਰਿੰਗ ਵਿਦ ਪੇਨ, ਕਿਉਂਕਿ ਹੁਣ ਟਾਈਗਰ ਦੀ ਲੈਗ ਦੇ ਉੱਪਰ ਬਹੁਤ ਜ਼ਿਆਦਾ ਜ਼ਖਮ ਹੋ ਗਿਆ ਸੀ, ਸੋ ਟਾਈਗਰ ਦਰਦ ਦੇ ਨਾਲ ਚੀਕ ਰਿਹਾ ਸੀ। ਨਾਓ ਸਪ੍ਰੈਂਗ ਅਪੋਨ ਬੈਲਡੇਊ, ਤੁਸੀਂ ਸੁਣਿਆ ਹੋਣਾ ਹੈ ਕਿ ਜੋ ਜ਼ਖਮੀ ਸ਼ੇਰ ਹੈ ਉਹ ਹੋਰ ਵੀ ਜ਼ਿਆਦਾ ਡਰਾਵਨਾ ਹੋ ਜਾਂਦਾ ਹੈ, ਹੋਰ ਵੀ ਜ਼ਿਆਦਾ ਗੁੱਸੇਖੋਰ ਹੋ ਜਾਂਦਾ ਹੈ। ਇਹੀ ਸੇਮ ਹਾਲਤ ਇਸ ਟਾਈਗਰ ਦੀ ਸੀ। ਤਾਂ ਉਸ ਟਾਈਗਰ ਨੇ ਗੁੱਸੇ ਦੇ ਨਾਲ ਬਲਡੇਊ ਦੇ ਉੱਪਰ ਜੰਪ ਕੀਤਾ, ਛਾਲ ਮਾਰੀ, ਬ੍ਰਿੰਗਿੰਗ ਹਿਮ ਡਾਊਨ, ਬਲਡੇਊ ਨੂੰ ਨੀਚੇ ਲਿਆਂਦਾ। ਐਂਡ ਦੈਨ ਟੀਅਰਿੰਗ ਐਟ ਹਿਜ਼ ਬ੍ਰੋਕਨ ਬੋਡੀ, ਔਰ ਪੂਰੀ ਬੋਡੀ ਨੂੰ ਪੀਸਿਸ ਦੇ ਵਿੱਚ ਕੱਟ ਦਿੱਤਾ। ਇਟ ਵਾਜ਼ ਆਲ ਓਵਰ ਇਨ ਅ ਫਿਊ ਮਿਨਟਸ, ਸਭ ਕੁਝ ਸਿਰਫ ਕੁਛ ਹੀ ਮਿੰਟਾਂ ਦੇ ਵਿੱਚ ਖਤਮ ਹੋ ਚੁੱਕਿਆ ਸੀ। ਐਂਡ ਦੇਅਰ was blackness and the night closed in on him forever. ਹੁਣ ਸਿਰਫ ਉੱਥੇ ਡਾਰਕਨੈਸ ਸੀ, ਹਨੇਰਾ ਸੀ, ਬਲੈਕਨੈਸ ਰਹਿ ਚੁੱਕੀ ਸੀ, ਔਰ ਬਲਡੇਊ ਦੇ ਲਈ ਜੋ ਰਾਤ ਸੀ ਹਮੇਸ਼ਾ ਦੇ ਲਈ ਖਤਮ ਹੋ ਚੁੱਕੀ ਸੀ। The tiger drew off and sat down, licking his wounded leg. ਹੁਣ ਜੋ ਟਾਈਗਰ ਸੀ ਉੱਥੋਂ ਚਲਾ ਗਿਆ, ਬੈਠਿਆ ਜਾ ਕੇ, ਔਰ ਆਪਣੀ ਜੋ ਜ਼ਖਮੀ ਲੱਤ ਸੀ ਉਸਨੂੰ ਲਿਕ ਕਰਨਾ ਸ਼ੁਰੂ ਕੀਤਾ, ਚੱਟਣਾ ਸ਼ੁਰੂ ਕੀਤਾ। ਰੋਅਰਿੰਗ ਐਵਰੀ ਨਾਓ ਐਂਡ ਦੈਨ ਵਿਦ ਐਗੋਨੀ, ਐਗੋਨੀ ਮੀਨਸ ਪੇਨ, ਔਰ ਦਰਦ ਨਾਲ ਚੀਕ ਰਿਹਾ ਸੀ। ਹੀ ਡਿਡ ਨਾਟ ਨੋਟਿਸ ਦ ਫੇਂਟ ਰੰਬਲ ਦੈਟ ਸ਼ੂਕ ਦ ਅਰਥ, ਉਹ ਇੰਨਾ ਜ਼ਿਆਦਾ ਦਰਦ ਦੇ ਵਿੱਚ ਸੀ, ਉਹਨੂੰ ਪੇਨ ਫੀਲ ਹੋ ਰਹੀ ਸੀ ਕਿ ਟਾਈਗਰ ਨੇ ਜੋ ਟ੍ਰੇਨ ਆ ਰਹੀ ਸੀ, ਜੋ ਅਰਥ ਨੂੰ ਸ਼ੂਕ ਕਰਨ ਵਾਲੀ ਸੀ, ਕੰਬਾਉਣ ਵਾਲੀ ਸੀ, ਜੋ ਉਹਦੀ ਚਮਕ ਸੀ, ਉਹ ਟਾਈਗਰ ਨੇ ਨੋਟਿਸ ਨਹੀਂ ਕੀਤੀ। ਫੋਲੋਡ ਬਾਈ ਦ ਡਿਸਟੈਂਟ ਪਫਿੰਗ ਆਫ ਐਨ ਇੰਜਨ ਸਟੈਡੀਲੀ ਕਲਾਈਂਬਿੰਗ, ਔਰ ਜੋ ਇੰਜਨ ਪਫਿੰਗ ਕਰਦਾ ਹੋਇਆ, ਧੂੰਆਂ ਛੱਡਦਾ ਹੋਇਆ ਅੱਗੇ ਵੱਧ ਰਿਹਾ ਸੀ। ਦ ਓਵਰਲੈਂਡ ਮੇਲ ਵਾਜ਼ ਅਪਰੋਚਿੰਗ, ਜੋ ਟ੍ਰੇਨ ਸੀ ਆ ਰਹੀ ਸੀ ਉਸ ਵੱਲ। ਥਰੂ ਦ ਟਰੀਜ਼ ਬਿਯੋਂਡ ਦਾ ਕਟਿੰਗ, ਉਸ ਕਟਿੰਗ ਤੋਂ ਦੂਰ, ਦਰਖਤਾਂ ਦੇ ਵਿੱਚ ਦੀ ਹੁੰਦੇ ਹੋਏ। ਐਜ਼ ਦਾ ਟ੍ਰੇਨ ਐਡਵਾਂਸਡ, ਜਿਵੇਂ ਹੀ ਟ੍ਰੇਨ ਅੱਗੇ ਆਈ, ਦ ਗਲੋ ਆਫ ਦਾ ਫਰਨਾਸ ਕੁਡ ਬੀ ਸੀਨ, ਤਾਂ ਉੱਥੇ ਭੱਠੀ ਵਰਗੀ ਇੱਕ ਚਮਕ ਦੇਖੀ ਜਾ ਸਕਦੀ ਸੀ। ਦ ਸ਼ਾਵਰ ਐਂਡ ਸ਼ਾਵਰਸ ਆਫ ਸਪਾਰਕ ਫੈਲ ਲਾਈਕ ਦੀਵਾਲੀ ਲਾਈਟਸ ਓਵਰ ਦ ਫੋਰੈਸਟ,
ਔਰ ਉਸ ਫਰਨਾਸ ਦੇ ਵਿੱਚੋਂ ਅੱਗ ਦੇ ਜੋ ਸਪਾਰਕਸ ਸੀਗੇ ਉਹ ਲਗਾਤਾਰ ਡਿੱਗ ਰਹੇ ਸੀ ਔਰ ਇਹ ਲੱਗ ਰਿਹਾ ਸੀ ਜਿਸ ਤਰ੍ਹਾਂ ਦੀਵਾਲੀ ਹੋਵੇ ਜੰਗਲ ਦੇ ਵਿੱਚ। ਦ ਟ੍ਰੇਨ ਐਂਟਰ ਦਾ ਕਟਿੰਗ, ਉਸ ਤੋਂ ਬਾਅਦ ਜੋ ਟ੍ਰੇਨ ਸੀ ਉਹ ਕਟਿੰਗ ਦੇ ਵਿੱਚ ਐਂਟਰ ਕੀਤੀ। ਦ ਇੰਜਨ ਵਿਸਲਡ ਵਨਸ ਲਾਊਡ ਐਂਡ ਪਾਇਰਿਸਿੰਗਲੀ। ਹੁਣ ਜੋ ਟ੍ਰੇਨ ਸੀ ਜਦੋਂ ਕਟਿੰਗ ਦੇ ਵਿੱਚ ਐਂਟਰ ਹੋਈ ਤਾਂ ਇੰਜਨ ਨੇ ਵਿਸਲ ਕੀਤਾ, ਬਹੁਤ ਹੀ ਜ਼ਿਆਦਾ ਉੱਚੀ, ਬਹੁਤ ਜ਼ਿਆਦਾ ਚੀਕਣ ਦੀ ਆਵਾਜ਼ ਆ ਰਹੀ ਸੀ। ਦ ਟਾਈਗਰ ਰੇਜ਼ਡ ਹਿਜ਼ ਹੈਡ, ਤਾਂ ਉਸ ਆਵਾਜ਼ ਦੇ ਨਾਲ ਟਾਈਗਰ ਨੇ ਆਪਣਾ ਸਿਰ ਉੱਪਰ ਚੁੱਕਿਆ। ਦੈਨ ਸਲੋਲੀ ਗੋਟ ਟੂ ਹਿਜ਼ ਫੀਟ, ਫਿਰ ਆਪਣੇ ਪੈਰਾਂ 'ਤੇ ਆਇਆ। ਹੀ ਫਾਊਂਡ ਹਿਮਸੈਲਫ ਟ੍ਰੈਪਡ ਲਾਈਕ ਦ ਮੈਨ, ਤਾਂ ਉਸ ਟਾਈਗਰ ਨੇ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕੀਤਾ ਜਿਸ ਤਰ੍ਹਾਂ ਕੋਈ ਮੈਨ ਉਹਦੇ ਅੱਗੇ ਸ਼ਿਕਾਰ ਬਣ ਜਾਂਦਾ ਸੀ, ਫਸ ਜਾਂਦਾ ਸੀ। ਫਲਾਈਟ ਅਲੋਂਗ ਦਾ ਕਟਿੰਗ ਵਾਜ਼ ਇੰਪੋਸੀਬਲ, ਹੁਣ ਉੱਥੋਂ ਭੱਜਣਾ ਉਹਦੇ ਲਈ ਮੁਸ਼ਕਿਲ ਸੀ। ਹੀ ਐਂਟਰਡ ਦਾ ਟਨਲ, ਫਿਰ ਉਹ ਉਸ ਤੋਂ ਬਾਅਦ ਟਨਲ ਦੇ ਵਿੱਚ ਐਂਟਰ ਕੀਤਾ। ਰਨਿੰਗ ਐਜ਼ ਫਾਸਟ ਐਜ਼ ਹਿਜ਼ ਵਾਊਂਡਡ ਲੈਗ ਵੁੱਡ ਕੈਰੀ ਹਿਮ, ਤਾਂ ਉਹ ਜਿੰਨੀ ਤੇਜ਼ੀ ਨਾਲ ਉਸਦੀ ਜੋ ਜ਼ਖਮੀ ਲੱਤ ਸੀ ਉਸਨੂੰ ਚਲਾ ਸਕਦੀ ਸੀ ਉਹਨੇ ਉਨੀ ਭੱਜਣ ਦੀ ਕੋਸ਼ਿਸ਼ ਕੀਤੀ। ਐਂਡ ਦੈਨ ਵਿਦ ਅ ਰੋਅਰ ਐਂਡ ਸ਼ਾਵਰ ਆਫ ਸਪਾਰਕਸ ਦ ਟ੍ਰੇਨ ਐਂਟਰ ਦਾ ਜ਼ੋਨਿੰਗ ਟਨਲ, ਤਾਂ ਉਸ ਤੋਂ ਬਾਅਦ ਉੱਥੇ ਟ੍ਰੇਨ ਦੇ ਰੋਅਰ ਕਰਨ ਦੀ ਆਵਾਜ਼ ਸੀ, ਗਰਜਨ ਦੀ ਆਵਾਜ਼ ਸੀ, ਚੀਕਣ ਦੀ ਆਵਾਜ਼ ਸੀ, ਨਾਲ ਹੀ ਉਸ ਫਰਨਾਸ ਦੇ ਵਿੱਚੋਂ ਚੰਗਿਆੜੇ ਡਿੱਗ ਰਹੇ ਸੀ ਅੱਗ ਦੇ। ਤਾਂ ਉਹ ਵਾਲੀ ਟ੍ਰੇਨ ਟਨਲ ਦੇ ਵਿੱਚ ਐਂਟਰ ਕੀਤੀ। ਦ ਨੋਇਸ ਇਨ ਦਾ ਕਨਫਾਈਨਡ ਸਪੇਸ ਵਾਜ਼ ਡੈਫਨਿੰਗ, ਤਾਂ ਉਸ ਤੰਗ ਜਗ੍ਹਾ ਦੇ ਉੱਪਰ ਜੋ ਟ੍ਰੇਨ ਦੀ ਆਵਾਜ਼ ਸੀ ਉਹ ਬੋਲੇ ਕਰਨ ਵਾਲੀ ਸੀ। ਬਟ ਵੈਨ ਦਾ ਟ੍ਰੇਨ ਕੇਮ ਆਊਟ ਇਨ ਦਾ ਓਪਨ ਔਨ ਅਦਰ ਸਾਈਡ, ਪਰ ਜਦੋਂ ਟਨਲ ਦੇ ਵਿੱਚ ਦੀ ਟ੍ਰੇਨ ਪਾਸ ਹੋ ਗਈ, ਬਾਹਰ ਓਪਨ ਦੇ ਵਿੱਚ ਆਈ, ਸਾਇਲੈਂਸ ਰਿਟਰਨਡ ਵਨਸ ਮੋਰ ਟੂ ਦਾ ਫੋਰੈਸਟ ਐਂਡ ਦ ਟਨਲ, ਉਸ ਤੋਂ ਬਾਅਦ ਜੰਗਲ ਦੇ ਵਿੱਚ ਔਰ ਟਨਲ ਦੋਹਾਂ ਦੇ ਵਿੱਚ ਦੁਬਾਰਾ ਤੋਂ ਸਾਇਲੈਂਸ ਛਾ ਗਈ, ਸ਼ਾਂਤੀ ਛਾ ਗਈ। ਐਟ ਦ ਨੈਕਸਟ ਸਟੇਸ਼ਨ ਦ ਡਰਾਈਵਰ ਸਲੋ ਡਾਊਨ ਐਂਡ ਸਟਾਪਡ ਹਿਜ਼ ਟ੍ਰੇਨ ਟੂ ਵਾਟਰ ਦ ਇੰਜਨ, ਅਗਲੇ ਸਟੇਸ਼ਨ ਦੇ ਉੱਪਰ ਡਰਾਈਵਰ ਨੇ ਟ੍ਰੇਨ ਨੂੰ ਹੌਲੀ ਕੀਤਾ ਤਾਂ ਕਿ ਇੰਜਨ ਦੇ ਵਿੱਚ ਪਾਣੀ ਪਾ ਸਕੇ। ਹੀ ਗੋਟ ਡਾਊਨ ਟੂ ਸਟ੍ਰੈਚ ਹਿਜ਼ ਲੈਗਸ, ਆਪਣੀਆਂ ਲੈਗਸ ਨੂੰ ਸਟ੍ਰੈਚ ਕਰਨ ਲਈ, ਆਰਾਮ ਦੇਣ ਲਈ ਉਹ ਨੀਚੇ ਉਤਰਿਆ। ਡਿਸਾਈਡਡ ਟੂ ਐਗਜ਼ਾਮਿਨ ਦ ਹੈਡ ਲੈਂਪਸ, ਔਰ ਡਿਸਾਈਡ ਕੀਤਾ ਕਿ ਜੋ ਹੈਡ ਲੈਂਪ ਸੀ ਟ੍ਰੇਨ ਦੀ ਉਹਨਾਂ ਨੂੰ ਚੈੱਕ ਕਰੇ। ਹੀ ਰਿਸੀਵਡ ਦ ਸਰਪ੍ਰਾਈਜ਼ ਆਫ ਹਿਜ਼ ਲਾਈਫ, ਤਾਂ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਫॉर ਜਸਟ ਅਬਵ ਦਾ ਕਾਓ ਕੈਚਰ ਲੇ ਮੇਜਰ ਪੋਰਸ਼ਨ ਆਫ ਦਾ ਟਾਈਗਰ ਕੱਟ ਇਨ ਹਾਫ ਬਾਈ ਦਾ ਇੰਜਨ, ਕੀ ਦੇਖਿਆ ਉਸਨੇ ਅੱਗੇ ਆ ਕੇ? ਕਾਓ ਕੈਚਰ ਦਾ ਮੀਨਿੰਗ ਹੁੰਦਾ ਕਿ ਮੈਟਲ ਦਾ ਫਰੇਮ ਜੋ ਟ੍ਰੇਨ ਦੇ ਅੱਗੇ ਲੱਗਿਆ ਹੁੰਦਾ ਹੈ, ਉਸ ਦੇ ਵਿੱਚ ਇੱਕ ਟਾਈਗਰ ਦਾ ਮੇਜਰ ਪੋਰਸ਼ਨ ਫਸਿਆ ਹੋਇਆ ਸੀ, ਜਿਹੜਾ ਟਾਈਗਰ ਉਸ ਇੰਜਨ ਦੇ ਨਾਲ ਅੱਧਾ ਕੱਟ ਚੁੱਕਿਆ ਸੀ। There was considerable excitement and conjecture at the station, ਤਾਂ ਉਸ ਸਟੇਸ਼ਨ ਦੇ ਉੱਪਰ ਲੋਕ ਬਹੁਤ ਹੀ ਜ਼ਿਆਦਾ ਐਕਸਾਈਟਡ ਹੋ ਗਏ ਉਸ ਨੂੰ ਦੇਖ ਕੇ ਔਰ ਗੈਸ ਲਗਾਉਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਹੋਇਆ ਇਹ ਸਾਰਾ ਕੁਝ। ਬਟ ਬੈਕ ਐਟ ਦਾ ਕਟਿੰਗ ਦੇਰ ਵਾਜ਼ ਨੋ ਸਾਊਂਡ ਐਕਸੈਪਟ ਫॉर ਦ ਸੋਬਸ ਆਫ ਦ ਬॉय ਐਜ਼ ਹੀ ਸੈਟ ਬਿਸਾਈਡ ਦ ਬੋਡੀ ਆਫ ਹਿਜ਼ ਫਾਦਰ। ਤਾਂ ਹੁਣ ਦੂਸਰੇ ਪਾਸੇ ਅਗਰ ਆਪਾਂ ਜੰਗਲ ਦੀ ਗੱਲ ਕਰੀਏ, ਉੱਧਰ ਕੋਈ ਵੀ ਆਵਾਜ਼ ਨਹੀਂ ਸੀ ਬਿਨਾਂ ਇੱਕ ਲੜਕੀ ਦੇ ਰੋਣ ਦੀ ਆਵਾਜ਼ ਤੋਂ, ਹੌਂਕਿਆਂ ਦੀ ਆਵਾਜ਼ ਤੋਂ ਬਿਨਾਂ, ਕਿਉਂਕਿ ਉਹ ਲੜਕਾ ਆਪਣੇ ਫਾਦਰ ਦੀ ਬੋਡੀ ਦੇ ਕੋਲ ਬੈਠਾ ਹੋਇਆ ਸੀ। ਹਾਂਜੀ, ਹੁਣ ਆਪਾਂ ਇੱਥੇ ਬॉय ਵਰਡ ਕਿਹਦੇ ਲਈ ਯੂਜ਼ ਕੀਤਾ ਹੋਇਆ ਹੈ? ਟੈਂਬੂ ਦੇ ਲਈ, ਬਲਡੇਵ ਦੇ ਬੇਟੇ ਦੇ ਲਈ। ਟੈਂਬੂ ਆਪਣੇ ਫਾਦਰ ਦੀ ਡੈਡ ਬੋਡੀ ਦੇ ਕੋਲ ਬੈਠਾ ਸੀ। ਹੀ ਸੈਟ ਦੇਅਰ ਅ ਲੌਂਗ ਟਾਈਮ, ਉੱਤੇ ਉਹ ਕਾਫੀ ਲੰਬਾ ਟਾਈਮ ਬੈਠਾ ਰਿਹਾ। ਅਨਅਫਰੇਡ ਆਫ ਦਾ ਡਾਰਕਨੈਸ ਗਾਰਡਿੰਗ ਦਾ ਬੋਡੀ ਫਰੋਮ ਜੈਕਾਲਸ ਐਂਡ ਹਾਈਨਾਸ until the first faint light of dawn brought with it the arrival of the relief watchman। ਹੁਣ ਉਸਨੂੰ ਡਾਰਕਨੈਸ ਤੋਂ ਕੋਈ ਡਰ ਨਹੀਂ ਸੀ ਲੱਗ ਰਿਹਾ, ਹਨੇਰੇ ਤੋਂ ਬਿਲਕੁਲ ਵੀ ਨਹੀਂ ਸੀ ਉਹ ਡਰ ਰਿਹਾ, ਆਪਣੇ ਫਾਦਰ ਦੀ ਬੋਡੀ ਨੂੰ ਗਾਰਡ ਕਰ ਰਿਹਾ ਸੀ, ਪ੍ਰੋਟੈਕਟ ਕਰ ਰਿਹਾ ਸੀ ਐਨੀਮਲਸ ਤੋਂ। ਆਪਾਂ ਨੂੰ ਦੋ ਐਨੀਮਲਸ ਦੇ ਨੇਮ ਦਿੱਤੇ ਆ, ਜੈਕਾਲਸ ਐਂਡ ਹਾਈਨਾਸ। ਜੈਕਾਲਸ ਹੁੰਦੇ ਨੇ ਗਿੱਦੜ ਔਰ ਹਾਈਨਾਸ ਹੁੰਦੇ ਨੇਗੇ
ਬਾਰਾਸਿੰਗੀ until the first faint light of dawn, dawn means in the morning, ਜਿੰਨਾ ਟਾਈਮ ਸਵੇਰ ਦੀ ਜੋ ਪਹਿਲੀ ਕਿਰਨ ਸੀ ਉੱਥੇ ਪਹੁੰਚੀ ਨਹੀਂ ਸੀ, ਮੀਨਸ ਕਿ ਸਵੇਰ ਨਹੀਂ ਸੀ ਹੋਈ, ਔਰ ਉਸ ਸਵੇਰ ਹੋਣ 'ਤੇ ਕੀ ਹੋਣਾ ਸੀ, ਜੋ ਰਿਲੀਫ ਵਾਚਮੈਨ ਸੀ ਉਹਨੇ ਉੱਥੇ ਪਹੁੰਚ ਜਾਣਾ ਸੀ। ਰਿਲੀਫ ਵਾਚਮੈਨ ਮਤਲਬ ਕਿਉਂਕਿ ਬਲਡੇਊ ਦੀ ਰਾਤ ਦੀ ਡਿਊਟੀ ਸੀ ਤਾਂ ਦਿਨ ਦੇ ਟਾਈਮ ਇੱਕ ਹੋਰ ਵਾਚਮੈਨ ਸੀ ਜੋ ਉਸ ਦੀ ਜਗ੍ਹਾ 'ਤੇ ਕੰਮ ਕਰਦਾ ਸੀ, ਤਾਂ ਦੋਨਾਂ ਦੀਆਂ ਸ਼ਿਫਟਾਂ ਲੱਗਦੀਆਂ ਸੀ। ਜਦੋਂ ਸਵੇਰ ਹੁੰਦੀ ਸੀ ਤਾਂ ਬਲਡੇਊ ਆਪਣੇ ਘਰ ਚਲਾ ਜਾਂਦਾ ਸੀ, ਉਸ ਦੀ ਜਗ੍ਹਾ ਦੇ ਉੱਪਰ ਇੱਕ ਹੋਰ ਵਾਚਮੈਨ ਆ ਜਾਂਦਾ ਸੀ। ਸੋ ਟੈਂਬੂ ਆਪਣੇ ਫਾਦਰ ਦੀ ਡੈੱਡ ਬੋਡੀ ਦੇ ਕੋਲ ਉਨਾ ਟਾਈਮ ਬੈਠਾ ਰਿਹਾ ਜਿੰਨਾ ਟਾਈਮ ਸਵੇਰ ਨਹੀਂ ਹੋਈ, ਔਰ ਜਿਹੜਾ ਦੂਸਰਾ ਵਾਚਮੈਨ ਸੀ ਉਸ ਜਗ੍ਹਾ ਦੇ ਉੱਪਰ ਪਹੁੰਚ ਨਹੀਂ ਸੀ ਗਿਆ। ਟੈਂਬੂ ਐਂਡ ਹਿਸ ਸਿਸਟਰ ਐਂਡ ਮਦਰ ਵਰ ਪਲੰਗ ਇਨ ਗ੍ਰੀਫ ਫॉर 2 whole days। ਹੁਣ ਟੈਂਬੂ, ਉਸ ਦੀ ਸਿਸਟਰ ਔਰ ਉਸ ਦੀ ਮਦਰ ਪੂਰੇ 2 ਦਿਨ ਬਹੁਤ ਹੀ ਜ਼ਿਆਦਾ ਦੁੱਖ ਦੇ ਵਿੱਚ ਰਹੇ। ਬਟ ਲਾਈਫ ਹੈਡ ਟੂ ਗੋ ਔਨ, ਪਰ ਲਾਈਫ ਨੇ ਤਾਂ ਚੱਲਣਾ ਹੀ ਸੀ। ਐਂਡ ਅ ਲਿਵਿੰਗ ਹੈਡ ਟੂ ਬੀ ਮੇਡ, ਔਰ ਜੀਣ ਦੇ ਲਈ ਉਹਨਾਂ ਨੂੰ ਰੋਟੀ ਵੀ ਕਮਾਉਣੀ ਪੈਣੀ ਸੀ। ਆਲ ਦਾ ਰਿਸਪੋਂਸੀਬਿਲਿਟੀਜ਼ ਨਾਓ ਫੈਲ ਔਨ ਟੈਂਬੂ। ਹੁਣ ਆਪਣੀ ਫੈਮਿਲੀ ਜੋ ਜ਼ਿੰਮੇਵਾਰੀਆਂ ਸੀ, ਮਦਰ ਔਰ ਸਿਸਟਰ ਦੀ ਜੋ ਰਿਸਪੋਂਸੀਬਿਲਿਟੀ ਸੀ ਉਹ ਹੁਣ ਟੈਂਬੂ ਦੇ ਉੱਪਰ ਆ ਚੁੱਕੀ ਸੀ। 3 nights later, 3 ਰਾਤਾਂ ਤੋਂ ਬਾਅਦ ਹੀ ਵਾਜ਼ ਐਟ ਦਾ ਕਟਿੰਗ, ਉਸ ਕਟਿੰਗ 'ਤੇ ਉਹ ਪਹੁੰਚ ਚੁੱਕਿਆ ਸੀ। ਲਾਈਟਿੰਗ ਦਾ ਸਿਗਨਲ ਲੈਂਪ ਫॉर ਦਾ ਓਵਰਲੈਂਡ ਮੇਲ, ਔਰ ਉਸ ਓਵਰਲੈਂਡ ਮੇਲ ਦੇ ਲਈ ਲੈਂਪ ਜਗਾ ਰਿਹਾ ਸੀ। ਮੀਨਸ ਕਿ ਜੋ ਟੈਂਬੂ ਸੀ 3 ਰਾਤਾਂ ਤੋਂ ਬਾਅਦ ਆਪਣੇ ਫਾਦਰ ਦੀ ਡਿਊਟੀ ਦੇ ਉੱਪਰ ਪਹੁੰਚ ਚੁੱਕਿਆ ਸੀ। ਹੀ ਸੈਟ ਡਾਊਨ ਇਨ ਦਾ ਡਾਰਕਨੈਸ, ਉਹ ਹਨੇਰੇ ਦੇ ਵਿੱਚ ਬੈਠਿਆ ਸੀ। ਟੂ ਵੇਟ ਫॉर ਦਾ ਟ੍ਰੇਨ ਦੀ ਵੇਟ ਕਰ ਰਿਹਾ ਸੀ। ਐਂਡ ਸੈਂਗ ਸੌਫਟਲੀ ਟੂ ਹਿਮਸੈਲਫ, ਔਰ ਆਪਣੇ ਆਪ ਦੇ ਵਿੱਚ ਕੁਝ ਹੌਲੀ ਹੌਲੀ ਗਾ ਰਿਹਾ ਸੀ। ਦੇਰ ਵਾਜ਼ ਨਥਿੰਗ ਟੂ ਬੀ ਅਫਰੇਡ ਆਫ, ਕੀ ਗਾ ਰਿਹਾ ਸੀ ਕਿ ਹੁਣ ਇੱਥੇ ਡਰਨ ਦੀ ਜ਼ਰੂਰਤ ਨਹੀਂ ਹੈਗੀ। ਹਿਜ਼ ਫਾਦਰ ਹੈਡ ਕਿਲਡ ਦਾ ਟਾਈਗਰ, ਕਿਉਂਕਿ ਸਭ ਤੋਂ ਜ਼ਿਆਦਾ ਡਰਾਵਨੀ ਚੀਜ਼ ਜੰਗਲ ਦੇ ਵਿੱਚ ਕੀ ਸੀ, ਟਾਈਗਰ ਸੀ, ਜਿਸ ਨੂੰ ਉਸਦੇ ਫਾਦਰ ਨੇ ਮਾਰ ਦਿੱਤਾ ਸੀ। ਦ ਫੋਰੈਸਟ ਗॉड ਵਰ ਪਲੀਜ਼, ਜੋ ਜੰਗਲ ਦੇ ਦੇਵਤੇ ਸੀ ਹੁਣ ਬੜੇ ਖੁਸ਼ ਸੀ। ਐਂਡ ਬਿਸਾਈਡਸ, ਇਸ ਤੋਂ ਬਿਨਾਂ ਹੀ ਹੈਡ ਦਾ ਏਕਸ ਵਿਦ ਹਿਮ, ਸਭ ਤੋਂ ਜ਼ਿਆਦਾ ਕੌਨਫੀਡੈਂਸ ਦੇਣ ਵਾਲੀ ਉਹਦੇ ਕੋਲ ਚੀਜ਼ ਹੈਗੀ ਸੀ ਉਸਦੀ ਏਕਸ, ਕੁਹਾੜੀ। ਹਿਜ਼ ਫਾਦਰਸ ਏਕਸ, ਇਸ ਤੋਂ ਪਹਿਲਾਂ ਉਹ ਕਿਸਦੀ ਸੀ, ਉਸਦੇ ਫਾਦਰ ਦੀ ਸੀ। ਐਂਡ ਹੀ ਨਿਊ ਹਾਊ ਟੂ ਯੂਜ਼ ਇਟ, ਔਰ ਉਹਨੂੰ ਬੜੀ ਚੰਗੀ ਤਰ੍ਹਾਂ ਪਤਾ ਸੀ ਕਿ ਇਸ ਕੁਹਾੜੀ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਸੀ। ਸੋ ਬੇਟਾ ਇਹ ਸੀ ਸਟੋਰੀ ਦਾ ਟਾਈਗਰ ਇਨ ਦਾ ਟਨਲ। ਇਸ 'ਚ ਆਪਾਂ ਇਹੀ ਪੜ੍ਹੇ ਕਿ ਜੋ ਬਲਡੇਊ ਸੀ ਬੜੀ ਬਰੇਵਲੀ ਉਹਨੇ ਇੱਕ ਟਾਈਗਰ ਦਾ ਸਾਹਮਣਾ ਕੀਤਾ, ਚਾਹੇ ਉਸ ਟਾਈਗਰ ਦੇ ਕੋਲੋਂ ਉਹ ਮਾਰਿਆ ਗਿਆ, ਪਰ ਉਸੇ ਕਰਕੇ ਜੋ ਟਾਈਗਰ ਸੀ ਉਹ ਵੀ ਮਰ ਗਿਆ ਸੀ, ਕਿਉਂਕਿ ਟਾਈਗਰ ਦੇ ਮਰਨ ਦਾ ਕਾਰਨ ਉਸਦੀ ਲੈਗ ਦਾ ਜ਼ਖਮ ਸੀ, ਕਿਉਂਕਿ ਉਸਦੀ ਲੈਗ ਆਲਮੋਸਟ ਕੱਟੀ ਜਾ ਚੁੱਕੀ ਸੀ, ਜਿਸ ਕਰਕੇ ਉਸ ਤੋਂ ਦੌੜਿਆ ਨਹੀਂ ਸੀ ਗਿਆ। ਇਸੇ ਕਾਰਨ ਉਹ ਟ੍ਰੇਨ ਦੇ ਇੰਜਨ ਦੇ ਅੱਗੇ ਆ ਗਿਆ ਸੀ ਔਰ ਉਹਦੇ 2 ਪੀਸਿਸ ਹੋ ਗਏ ਸੀ। ਇੱਕ ਪੀਸ ਕੱਟ ਕੇ ਜੰਗਲ ਦੇ ਟਨਲ ਦੇ ਵਿੱਚ ਹੀ ਗਿਰ ਗਿਆ ਸੀ, ਔਰ ਦੂਸਰਾ ਪੀਸ ਉਹਦਾ ਇੱਕ ਸਟੇਸ਼ਨ ਦੇ ਕੋਲ ਚਲਾ ਗਿਆ ਸੀ। ਥੈਂਕ ਯੂ ਬੇਟਾ।